ਵੈਲਕਮ ਕਰਦੇ ਹਾਂ ਆਪ ਸਭ ਜੀ ਦਾ ਸਕੂਲ ਦੇ ਇਸ YouTube ਚੈਨਲ ਤੇ, ਜਿਸ ਦਾ ਨਾਮ ਹੈ ਦੇਵ ਸਮਾਜ ਸਮਾਰਟ ਸਕੂਲ ਮੋਗਾ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਪੜਾਂਗੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਜੋ ਸਥਾਪਨਾ ਕੀਤੀ ਗਈ ਔਰ ਖਾਲਸਾ ਦੇ ਸਿਧਾਂਤ ਜੋ ਉਹਨਾਂ ਨੇ ਬਣਾਏ, ਖਾਲਸਾ ਦੀ ਸਥਾਪਨਾ ਕਿਉਂ ਹੋਈ, ਉਹ ਯਾਨੀ ਕਿ ਉਸਦੇ ਕਾਰਨ ਆਪਾਂ ਪੜਾਂਗੇ ਔਰ ਨਾਲ ਪੜਾਂਗੇ ਖਾਲਸਾ ਦੀ ਸਥਾਪਨਾ ਦਾ ਮਹੱਤਵ ਕੀ ਹੈ। ਤਾਂ ਸਾਰਿਆਂ ਨੂੰ ਅਪੀਲ ਹੈ ਕਿ ਇਸ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਔਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਆਓ ਸ਼ੁਰੂ ਕਰਦੇ ਹਾਂ। ਖਾਲਸਾ ਦੀ ਸਾਜਣਾ 1699 ਈਸਵੀ, ਕ੍ਰੀਏਸ਼ਨ ਆਫ ਦਾ ਖਾਲਸਾ 1699 1699 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਾਜਨਾ ਕੀਤੀ। ਖਾਲਸਾ ਨੂੰ ਇੱਕ ਅਜਿਹਾ ਸੰਘ, ਭਾਈਚਾਰਾ, ਸੰਗਠਨ ਜਾਂ ਸਮਾਜ ਕਿਹਾ ਜਾ ਸਕਦਾ ਹੈ ਜਿਸ ਦੀ ਨੀਂਹ ਧਾਰਮਿਕ ਸੀ ਅਤੇ ਅਨੁਸ਼ਾਸਨ ਸੈਨਿਕ ਸੀ। ਸਿੱਖ ਪਰੰਪਰਾ ਵਿੱਚ ਇਸ ਨੂੰ ਇੱਕ ਅਤਿਅੰਤ ਮਹੱਤਵਪੂਰਨ ਘਟਨਾ ਮੰਨਿਆ ਜਾਂਦਾ ਹੈ। ਇਸ ਪਰੰਪਰਾ ਅਨੁਸਾਰ 1699 ਤੋਂ ਪਹਿਲਾਂ ਜੋ ਕੁਝ ਵੀ ਸਿੱਖ ਇਤਿਹਾਸ ਵਿੱਚ ਵਾਪਰਿਆ, ਉਹ ਇਸ ਸਰਵਉੱਚ ਘਟਨਾ ਲਈ ਤਿਆਰੀ ਸੀ। ਇਸ ਤੋਂ ਪਿੱਛੋਂ ਜੋ ਕੁਝ ਵੀ ਹੋਇਆ, ਉਹ ਸਭ ਇਸ ਘਟਨਾ ਦਾ ਫਲ ਜਾਂ ਇਸ ਨੂੰ ਕਾਰਜ ਦੇਣ ਲਈ ਯਤਨ ਸੀ। ਹੁਣ ਖਾਲਸਾ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਕੀਤੀ ਸੀ। ਸਿੱਖ ਇਤਿਹਾਸ ਦੇ ਵਿੱਚ ਇਹ ਬਹੁਤ ਵੱਡੀ ਔਰ ਅਦੁੱਤੀ ਘਟਨਾ ਸੀ। ਖਾਲਸਾ ਸ਼ਬਦ ਦੇ ਅਰਥ ਦੀ ਅਗਰ ਗੱਲ ਕਰੀਏ ਤਾਂ ਇਹ ਸ਼ਬਦ ਜਿਹੜਾ ਹੈ ਉਹ ਅਰਬੀ ਭਾਸ਼ਾ ਦੇ ਸ਼ਬਦ ਖਾਲਸ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਸ਼ੁੱਧ। ਸ਼ੁੱਧ ਯਾਨੀ ਕਿ ਪਿਓਰ, ਸੱਚਾ। ਮੱਧਕਾਲ ਵਿੱਚ ਖਾਲਸਾ ਸ਼ਬਦ ਸ਼ਾਸਕ ਜਾਂ ਸਰਕਾਰ ਦੇ ਸਿੱਧੇ ਰੂਪ ਵਿੱਚ ਅਧੀਨ ਭੂਮੀ ਲਈ ਵਰਤਿਆ ਜਾਂਦਾ ਸੀ। ਸਿੱਖ ਗੁਰੂ ਸਾਹਿਬਾਨ ਨੇ ਆਪਣੇ ਹੁਕਮਨਾਮਿਆਂ ਵਿੱਚ ਸੰਗਤ ਲਈ ਖਾਲਸਾ ਸ਼ਬਦ ਦੀ ਵਰਤੋਂ ਕੀਤੀ ਹੈ। 1699 ਈਸਵੀ ਵਿੱਚ ਖੰਡੇ ਦਾ ਪਾਹੁਲ ਪ੍ਰਥਾ ਪ੍ਰਚਲਿਤ ਹੋਣ ਉਪਰੰਤ ਇਸ ਨਵੀਂ ਵਿਧੀ ਅਨੁਸਾਰ ਤਿਆਰ ਕੀਤੇ ਗਏ ਪਾਹੁਲ ਦਾ ਸੇਵਨ ਕਰਨ ਵਾਲੇ ਸਭ ਸਿੱਖਾਂ ਲਈ ਖਾਲਸਾ ਸ਼ਬਦ ਦੀ ਵਰਤੋਂ ਕੀਤੀ ਜਾਣ ਲੱਗ ਪਈ। ਇਹ ਖਾਲਸਾ ਦੀ ਜੋ ਸਥਾਪਨਾ ਹੈ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇੱਕ ਲੰਬੇ ਅਥਕ ਸੰਘਰਸ਼ ਦਾ ਪਰਿਣਾਮ ਸੀ। 1699 ਈਸਵੀ ਔਰ ਅਗਰ ਆਪਾਂ ਹੁਣ ਪਿੱਛੇ ਜਾਈਏ 1675 ਯਾਨੀ ਗੁਰੂ ਤੇਗ ਬਹਾਦਰ ਜੀ 9ਵੇਂ ਗੁਰੂ ਸਾਹਿਬ ਦੇ ਸ਼ਹੀਦੀ ਵਾਲਾ ਸਾਲ ਔਰ 10ਵੇਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਬਣਨ ਵਾਲਾ ਸਮਾਂ, ਉੱਥੋਂ ਲੈ ਕੇ 24 ਸਾਲ ਦਾ ਸਮਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਲੱਗਿਆ ਇਸ ਚੀਜ਼ ਦੀ ਇੱਕ ਪਲਾਨਿੰਗ ਕਰਨ ਦੇ ਵਿੱਚ। ਇਸ ਚੀਜ਼ ਨਾਲ, ਤਜਰਬਿਆਂ ਨਾਲ, ਜਿਹੜੀ ਮੁਸ਼ਕਲਾਂ 'ਚੋਂ ਨਿਕਲੇ, ਜਿਸ ਸੰਘਰਸ਼ ਵਿੱਚੋਂ ਨਿਕਲ ਕੇ ਇੱਥੇ ਤੱਕ ਪਹੁੰਚੇ ਔਰ ਇਸ ਫੈਸਲੇ 'ਤੇ ਪਹੁੰਚੇ ਕਿ ਅਗਰ ਮੁਗਲਾਂ ਦਾ ਸਾਹਮਣਾ ਕਰਨਾ ਹੈ, ਸਿੱਖੀਜ਼ਮ ਦੀ ਰਾਖੀ ਕਰਨੀ ਹੈ, ਹਿੰਦੂ ਧਰਮ ਦੀ ਰਾਖੀ ਅਗਰ ਕਰਨੀ ਹੈ ਤਾਂ ਉਹਦੇ ਲਈ ਇੱਕ ਵਿਸ਼ੇਸ਼ ਸੰਗਠਨ ਦੀ ਜ਼ਰੂਰਤ ਹੈ। ਔਰ ਉਸ ਸੰਗਠਨ ਦਾ ਰੂਪ ਕੀ ਨਿਕਲਿਆ? ਉਹ ਸੀ ਖਾਲਸਾ। ਕਾਰਨਾਂ ਦੀ ਗੱਲ ਕਰੀਏ, ਜਿਨ੍ਹਾਂ ਕਾਰਨਾਂ ਕਰਕੇ ਖਾਲਸਾ ਦੀ ਸਥਾਪਨਾ ਕੀਤੀ ਗਈ, ਉਹਦੇ 'ਚ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰਾਂਗੇ ਤਾਂ ਪਹਿਲੇ 9 ਸਿੱਖ ਗੁਰੂਆਂ ਦੇ ਸਿੱਖ ਪੰਥ ਦੇ ਵਿਕਾਸ ਲਈ ਕੀਤੇ ਗਏ ਕਾਰਜ। ਹੁਣ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ 9ਵੇਂ ਗੁਰੂ ਸਾਹਿਬ ਤੱਕ ਖਾਲਸਾ ਦਾ ਜੋ ਇੱਕ ਬੇਸ ਸੀ ਉਹ ਮਜ਼ਬੂਤ ਹੋ ਚੁੱਕਿਆ ਸੀ। ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਆਪਦੇ ਉਪਦੇਸ਼ਾਂ ਨਾਲ ਜੋ ਬੀਜ ਬੀਜਿਆ, ਸਮਾਜ ਵਿੱਚ ਜੋ ਪ੍ਰਚਲਿਤ ਉਦੋਂ ਅੰਧ ਵਿਸ਼ਵਾਸ ਸੀ, ਚਾਹੇ ਉਹ ਮੂਰਤੀ ਪੂਜਾ ਸੀ ਔਰ ਇਸ ਤੋਂ ਇਲਾਵਾ ਹੋਰ ਕਈ ਇਸ ਤਰ੍ਹਾਂ ਦੇ ਅੰਧ ਵਿਸ਼ਵਾਸਾਂ 'ਤੇ ਲੋਕ ਵਿਸ਼ਵਾਸ ਕਰਦੇ ਸੀ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਸੀ, ਤਰਕ ਦੇ ਆਧਾਰ 'ਤੇ ਉਹ ਕਿਧਰੇ ਵੀ ਫਿੱਟ ਨਹੀਂ ਸੀ ਬੈਠਦੇ। ਤਾਂ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੀ ਸਰਵਉੱਚਤਾ ਯਾਨੀ ਉਹ ਸਰਬ ਸ਼ਕਤੀਮਾਨ ਹੈ, ਇਹ ਦੱਸਿਆ। ਜਾਤੀ ਪ੍ਰਥਾ 'ਤੇ ਕਰਾਰੀ ਸੱਟ ਮਾਰੀ, ਸੰਗਤ ਲੰਗਰ ਦੀਆਂ ਨਵੀਆਂ ਸੰਸਥਾਵਾਂ ਨੂੰ ਜਨਮ ਦਿੱਤਾ। ਇਸ ਤੋਂ ਇਲਾਵਾ ਉਹਨਾਂ ਨੇ ਅਤਿਆਚਾਰਾਂ ਦੇ ਖਿਲਾਫ ਖੁੱਲ੍ਹ ਕੇ ਆਵਾਜ਼ ਉਠਾਈ। ਜਿਹੜਾ ਖਾਲਸਾ ਦਾ ਸੰਗਠਨ ਸੀ ਉਹ ਬੇਸਿਕਲੀ ਇਹਨਾਂ ਗੱਲਾਂ ਉੱਤੇ ਹੀ ਆਧਾਰਿਤ ਸੀ, ਯਾਨੀ ਅਤਿਆਚਾਰ ਨੂੰ ਨਾ ਕਰਨਾ ਔਰ ਨਾ ਹੀ ਸਹਿਣਾ। ਤਾਂ ਗੁਰੂ ਨਾਨਕ ਦੇਵ ਜੀ ਦੇ ਪਿੱਛੋਂ ਦੂਸਰੇ, ਤੀਸਰੇ, ਚੌਥੇ, 5ਵੇਂ ਗੁਰੂਆਂ ਨੇ ਉਹਨਾਂ ਸਿਧਾਂਤਾਂ 'ਤੇ ਚੱਲਦੇ ਹੋਏ ਸਿੱਖ ਪੰਥ ਦੇ ਵਿਕਾਸ ਲਈ ਅਨੇਕਾਂ ਕਾਰਜ ਜਿਹੜੇ ਸੀ ਉਹ ਕੀਤੇ ਸਨ। ਇਹ ਵੀ ਆਪਾਂ ਸਾਰੇ ਜਾਣਦੇ ਹਾਂ ਕਿ 5ਵੇਂ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਵੀ ਧਰਮ ਦੇ ਲਈ ਆਪਣੀ ਜਿਹੜੀ ਸ਼ਹੀਦੀ ਹੈ ਉਹ ਦਿੱਤੀ ਸੀ ਔਰ ਉਹਨਾਂ ਤੋਂ ਪਿੱਛੋਂ ਉਹਨਾਂ ਦੇ ਬੇਟੇ
ਯਾਨੀ ਗੁਰੂ ਹਰਗੋਬਿੰਦ ਜੀ ਨੇ ਆਪਣੀ ਨਵੀਨ ਨੀਤੀ ਅਪਣਾਈ ਔਰ ਸਿੱਖਾਂ ਨੂੰ ਸੰਤ ਸਿਪਾਹੀਆਂ ਦੇ ਰੂਪ ਵਿੱਚ ਉਹਨਾਂ ਦੇ ਸਰੂਪ 'ਚ ਪਰਿਵਰਤਨ ਕਰ ਦਿੱਤਾ। ਨੌਵੇਂ ਗੁਰੂ ਸਾਹਿਬ ਨੇ ਆਪਣੀ ਸ਼ਹੀਦੀ ਤੋਂ ਪਹਿਲਾਂ ਸਿੱਖਾਂ ਨੂੰ ਉਪਦੇਸ਼ ਦੇ ਕੇ ਨਾ ਕਿਸੇ ਤੋਂ ਡਰੋ ਅਤੇ ਨਾ ਕਿਸੇ ਨੂੰ ਡਰਾਓ, ਉਹਨਾਂ ਵਿੱਚ ਹਿੰਮਤ, ਦਲੇਰੀ ਅਤੇ ਬਹਾਦਰੀ ਦੀਆਂ ਭਾਵਨਾਵਾਂ ਪੈਦਾ ਕਰਨ ਦੇ ਯਤਨ ਕੀਤੇ ਸਨ। ਔਰ 10ਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਕਰਕੇ ਉਸ ਵਿਕਾਸ ਦੇ ਕੀਤੇ ਗਏ ਕਾਰਜਾਂ ਨੂੰ ਸੰਪੂਰਨ ਰੂਪ ਪ੍ਰਦਾਨ ਕੀਤਾ ਸੀ। ਦੂਸਰੇ ਪੁਆਇੰਟ ਦੀ ਅਗਰ ਇਹਦੇ ਵਿੱਚ ਗੱਲ ਕਰੀਏ ਕਾਰਨਾਂ ਦੇ ਵਿੱਚ, ਤਾਂ ਔਰੰਗਜ਼ੇਬ ਦੇ ਹਿੰਦੂਆਂ ਉੱਤੇ ਅਤਿਆਚਾਰ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ। ਆਪਾਂ ਜਿਵੇਂ ਹੁਣੇ ਹੀ ਗੱਲ ਕੀਤੀ ਕਿ ਮੁਗਲ ਬਾਦਸ਼ਾਹ ਔਰੰਗਜ਼ੇਬ ਜਿਹੜਾ ਸੀ ਕੱਟੜ ਸੁੰਨੀ ਮੁਸਲਮਾਨ ਸੀ ਔਰ ਪੂਰੇ ਭਾਰਤ ਨੂੰ ਦਾਰੁਲ ਇਸਲਾਮ ਯਾਨੀ ਕਿ ਇਸਲਾਮ ਦੀ ਧਰਤੀ ਬਣਾਉਣਾ ਚਾਹੁੰਦਾ ਸੀ। ਔਰ 1675 'ਚ ਉਸਨੇ ਗੁਰੂ ਤੇਗ ਬਹਾਦਰ ਜੀ ਨੂੰ ਇਸ ਦੇ ਲਈ ਹੀ ਸ਼ਹੀਦ ਕਰ ਦਿੱਤਾ ਕਿ ਉਹਨਾਂ ਨੇ ਇਸਲਾਮ ਧਰਮ ਸਵੀਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਤਾਂ ਹੁਣ 10ਵੇਂ ਗੁਰੂ ਸਾਹਿਬ ਨੂੰ ਲੱਗਿਆ ਕਿ ਅਗਰ ਧਰਮ ਦੀ ਰਾਖੀ ਕਰਨੀ ਹੈ ਔਰ ਮੁਗਲਾਂ ਨਾਲ ਯੁੱਧ ਕਰਨਾ ਹੈ ਤਾਂ ਸਿੱਖਾਂ ਲਈ ਇੱਕ ਵਿਸ਼ੇਸ਼ ਸੰਗਠਨ ਜਿਹੜਾ ਹੈ ਉਹ ਹੋਣਾ ਬੜਾ ਹੀ ਜ਼ਰੂਰੀ ਹੈ। ਤਾਂ ਇਸ ਕਰਕੇ ਵੀ ਖਾਲਸਾ ਦੀ ਸਥਾਪਨਾ ਜਿਹੜੀ ਹੈ ਉਹ ਕੀਤੀ ਗਈ। ਅਗਲੀ ਗੱਲ ਕਰੀਏ ਹਿੰਦੂਆਂ ਦਾ ਕਮਜ਼ੋਰ ਅਤੇ ਕਾਇਰ ਹੋਣਾ, ਕਿਉਂਕਿ ਸਦੀਆਂ ਤੋਂ ਹਿੰਦੂਆਂ ਦੇ ਉੱਪਰ ਰਾਜ ਹੋ ਰਿਹਾ ਸੀ। ਇੰਨੇ ਜ਼ਿਆਦਾ ਜ਼ੁਲਮ ਹਿੰਦੂਆਂ ਨੇ ਬਰਦਾਸ਼ਤ ਕੀਤੇ ਸੀ। ਹੁਣ ਉਹਨਾਂ ਨੂੰ ਲੱਗਣ ਲੱਗ ਗਿਆ ਸੀ ਕਿ ਸਾਡਾ ਤਾਂ ਜਿਹੜਾ ਜਨਮ ਹੈ ਉਹ ਸ਼ਾਇਦ ਉਹ ਜ਼ੁਲਮ ਸਹਿਣ ਲਈ ਹੀ ਹੋਇਆ ਹੈ। ਤਾਂ ਇਸ ਕਰਕੇ ਉਹਨਾਂ ਦੀ ਦਲੇਰੀ, ਬਹਾਦਰੀ ਖਤਮ ਹੋ ਗਈ ਸੀ। ਸੈਲਫ ਕੌਨਫੀਡੈਂਸ ਜਿਹੜਾ ਸੀ ਉਹ ਖਤਮ ਹੋ ਗਿਆ ਸੀ। ਉਹ ਦੁਬਾਰਾ ਉਤਪੰਨ ਕਰਨਾ ਇਹ ਵੀ ਇੱਕ ਕਾਰਨ ਬਣਿਆ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਦੀ ਸਥਾਪਨਾ ਦਾ। ਅਗਲੇ ਕਾਰਨ ਦੀ ਗੱਲ ਕਰੀਏ, ਪਹਾੜੀ ਰਾਜਿਆਂ ਦਾ ਵਿਸ਼ਵਾਸ ਪਾਤਰ ਨਾ ਹੋਣਾ। ਹੁਣ ਪੂਰਵ ਖਾਲਸਾ ਕਾਲ ਦੇ ਵਿੱਚ ਆਪਾਂ ਬੇਟੇ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਦੇ ਨਾਲ ਮਿਲ ਕੇ ਮਿੱਤਰਤਾਪੂਰਨ ਸੰਬੰਧ ਬਣਾ ਕੇ ਮੁਗਲਾਂ ਦਾ ਸਾਹਮਣਾ ਕਰਨ ਦਾ ਜਿਹੜਾ ਪ੍ਰਯਾਸ ਹੈ ਕੀਤਾ ਸੀ, ਲੇਕਿਨ ਉਹ ਅਨੁਭਵ ਜਿਹੜਾ ਹੈ ਉਹ ਵਧੀਆ ਨਹੀਂ ਰਿਹਾ ਸੀ। ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਧੋਖਾ ਕੀਤਾ ਔਰ ਮੁਗਲਾਂ ਨਾਲ ਉਹਨਾਂ ਨੂੰ ਦੱਸੇ ਬਿਨਾਂ ਹੀ ਸੰਧੀ ਕਰ ਲਈ ਸੀ। ਤਾਂ ਇਸ ਤੋਂ ਵੀ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਪਹਾੜੀ ਰਾਜਿਆਂ 'ਤੇ ਵਿਸ਼ਵਾਸ ਕਰਕੇ ਗੱਲ ਨਹੀਂ ਬਣਨ ਵਾਲੀ। ਇਹ ਵੀ ਕਾਰਨ ਬਣਿਆ ਖਾਲਸਾ ਦੀ ਸਥਾਪਨਾ ਦਾ। ਅਗਲੇ ਕਾਰਨ ਦੀ ਅਗਰ ਆਪਾਂ ਗੱਲ ਕਰੀਏ, ਜਾਤੀ ਪ੍ਰਥਾ ਦੇ ਬੰਧਨ। ਹੁਣ ਭਾਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਪੂਰਵ ਅਧਿਕਾਰੀ ਸੀ ਸਾਰੇ ਜਾਤੀ ਪ੍ਰਥਾ ਦਾ ਉਹਨਾਂ ਨੇ ਖੰਡਨ ਕੀਤਾ ਸੀ। ਸੰਗਤ ਤੇ ਲੰਗਰ ਦੀ ਜਿਹੜੀ ਸੰਸਥਾ ਦੀ ਸਥਾਪਨਾ ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂਆਤ ਕੀਤੀ ਗਈ ਸੀ। ਉਹ ਇਸੇ ਕਰਕੇ ਹੀ ਕਿ ਜਾਤ ਪਾਤ 'ਤੇ ਔਰ ਇਸ ਛੂਤ ਛਾਤ 'ਤੇ ਸੱਟ ਮਾਰੀ ਜਾ ਸਕੇ, ਲੇਕਿਨ ਇਸ ਦੇ ਬਾਵਜੂਦ ਹਜੇ ਤੱਕ ਜਾਤ ਪਾਤ ਜਿਹੜੀ ਹੈ ਉਹ ਘ੍ਰਿਣਾ ਦੀ ਭਾਵਨਾ ਸਮਾਜ ਵਿੱਚ ਖਤਮ ਨਹੀਂ ਹੋ ਸਕੀ ਸੀ। ਤਾਂ ਗੁਰੂ ਗੋਬਿੰਦ ਸਿੰਘ ਜੀ ਇਸ ਜਾਤੀ ਬੰਧਨ ਨੂੰ ਖਤਮ ਕਰਨਾ ਚਾਹੁੰਦੇ ਸਨ ਔਰ ਇੱਕ ਐਸਾ ਸੰਗਠਨ ਕਾਇਮ ਕਰਨਾ ਚਾਹੁੰਦੇ ਸਨ ਜਿਹੜਾ ਸਮਾਜਿਕ ਰੂਪ 'ਚ ਏਕਤਾ 'ਤੇ ਨਿਰਭਰ ਹੋਵੇ ਔਰ ਉਹਦੇ 'ਚ ਜਾਤ ਪਾਤ ਲਈ ਕੋਈ ਜਗ੍ਹਾ ਨਾ ਹੋਵੇ। ਤਾਂ ਇੱਕ ਇਹ ਕਾਰਨ ਬਣਿਆ ਖਾਲਸਾ ਦੀ ਸਥਾਪਨਾ ਦਾ। ਅਗਲੇ ਕਾਰਨ ਦੀ ਆਪਾਂ ਗੱਲ ਕਰਾਂਗੇ, ਸਿੱਖ ਸੰਪਰਦਾ ਦੇ ਅੰਦਰ ਵਿਰੋਧੀ ਉਪ ਸੰਪਰਦਾ ਪੈਦਾ ਹੋ ਗਏ ਸਨ। ਸਿੱਖ ਸੰਪਰਦਾ ਦੇ ਅੰਦਰ ਮੀਣੇ ਜਿਹੜੇ ਪਿਰਥੀਆ ਗੁਰੂ ਅਰਜਨ ਦੇਵ ਜੀ ਦਾ ਜੋ ਵੱਡਾ ਭਰਾ ਸੀ ਉਹਦੇ ਜੋ ਚੇਲੇ ਸੀ, ਇਸ ਤੋਂ ਇਲਾਵਾ ਧੀਰ ਮੱਲੀਏ ਅਤੇ ਰਾਜ ਰਾਈਏ ਦੀਆਂ ਵਿਰੋਧੀ ਉਪ ਸੰਪਰਦਾਵਾਂ ਕਾਇਮ ਹੋ ਗਈਆਂ ਸਨ ਜੋ ਹਮੇਸ਼ਾ ਗੁਰੂਆਂ ਦਾ ਵਿਰੋਧ ਕਰਦੇ ਰਹਿੰਦੇ ਸਨ ਔਰ ਗੁਰੂਆਂ ਦੇ ਪ੍ਰਤੀ ਸਾਜ਼ਿਸ਼ ਰਚਦੇ ਰਹਿੰਦੇ ਸਨ ਔਰ ਸਿੱਖਾਂ ਨੂੰ ਗਲਤ ਰਾਹ ਦੇ ਚਲਾਉਣ ਲਈ ਪ੍ਰਯਾਸ ਕਰਦੇ ਸਨ। ਇਹਨਾਂ ਸਾਰੀਆਂ ਜਿਹੜੀਆਂ ਇਹ ਵਿਰੋਧੀ ਲਹਿਰਾਂ ਸੀ ਇਹਨਾਂ ਨੂੰ ਖਤਮ ਕਰਨ ਲਈ ਔਰ ਇਹਨਾਂ 'ਚ ਅਨੁਸ਼ਾਸਨ ਸੰਗਠਨ ਵਿੱਚ ਕਾਇਮ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਜਿਹੜੀ ਹੈ ਉਹ ਕੀਤੀ। ਅਗਲੇ ਕਾਰਨ ਦੀ ਅਗਰ ਆਪਾਂ ਗੱਲ ਕਰੀਏ ਤਾਂ ਮਸੰਦਾਂ ਦਾ ਚਰਿੱਤਰਹੀਣ ਹੋਣਾ। ਮਸੰਦ ਪ੍ਰਥਾ ਦੀ ਸ਼ੁਰੂਆਤ ਚੌਥੇ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਨੇ ਕੀਤੀ ਸੀ ਜਦੋਂ ਅੰਮ੍ਰਿਤਸਰ ਔਰ ਸੰਤੋਖਸਰ ਦੋ ਸਰੋਵਰਾਂ ਦੀ ਖੁਦਵਾਈ ਦਾ ਕੰਮ ਚੱਲ ਰਿਹਾ ਸੀ। ਹਾਲਾਂਕਿ ਇਸ ਪ੍ਰਥਾ ਨੂੰ ਬਾਅਦ ਵਿੱਚ ਜਿਹੜਾ ਪ੍ਰੋਪਰ ਤਰੀਕੇ ਨਾਲ ਚੈਨਲਾਈਜ਼ ਤਰੀਕੇ ਨਾਲ ਚਲਾਇਆ ਗੁਰੂ ਅਰਜਨ ਦੇਵ ਜੀ ਨੇ, ਉਦੋਂ ਤਾਂ ਮਸੰਦ ਬੜੇ ਹੀ ਸਿੱਖੀਜ਼ਮ ਲਈ ਬੜੇ ਫਾਇਦੇਮੰਦ ਹੋਏ, ਯਾਨੀ ਫਾਇਦੇ ਦਾ ਸੌਦਾ ਸਿੱਧ ਹੋਏ, ਕਿਉਂਕਿ ਉਹਨਾਂ ਨੇ ਨਾ ਕੇਵਲ ਗੁਰੂ ਘਰ ਲਈ ਪੈਸਾ ਇਕੱਠਾ ਕੀਤਾ ਜਿਹੜੇ ਸਰੋਵਰਾਂ ਦਾ ਕੰਮ ਚੱਲ ਰਿਹਾ ਸੀ, ਬਲਕਿ ਗੁਰੂ ਦੀਆਂ ਸਿੱਖਿਆਵਾਂ ਨੂੰ ਦੂਰ ਦੂਰ ਤੱਕ ਪਹੁੰਚਾਇਆ ਵੀ। ਲੇਕਿਨ ਹੌਲੀ ਹੌਲੀ ਇਸ ਪੈਸੇ ਦੇ ਸਿਰ 'ਤੇ ਉਹਨਾਂ ਨੂੰ ਅਹੰਕਾਰ ਹੋ ਗਿਆ ਔਰ ਉਹ ਚਰਿੱਤਰਹੀਣ ਹੋ ਗਏ ਔਰ ਗੁਰੂਆਂ ਦੇ ਹੀ ਖਿਲਾਫ ਜਿਹੜੇ ਸੀ ਉਹ ਖੜੇ ਹੋ ਗਏ। ਤਾਂ ਇੱਕ ਇਹ ਵੀ ਕਾਰਨ ਬਣਿਆ ਕਿਉਂਕਿ ਉਹਨਾਂ ਕੋਲੇ ਪੈਸੇ ਦੀ ਤਾਕਤ ਸੀ, ਤਾਂ ਉਸ ਤਾਕਤ ਦਾ ਮੁਕਾਬਲਾ ਤਾਕਤ ਨਾਲ ਕਰਨਾ ਜ਼ਰੂਰੀ ਸੀ। ਤਾਂ ਇੱਕ ਹੋਰ ਕਾਰਨ ਅਗਰ ਆਪਾਂ ਕਰਾਂਗੇ ਤਾਂ ਸਿੱਖਾਂ ਵਿੱਚ ਜੱਟਾਂ ਦਾ ਹੁਣ ਪ੍ਰਭਾਵ। ਗੁਰੂ ਤੇਗ ਬਹਾਦਰ ਜੀ ਦੇ ਸਮੇਂ ਮਾਝਾ ਅਤੇ ਮਾਲਵਾ ਦੇ ਬਹੁਤ ਜ਼ਿਆਦਾ ਗਿਣਤੀ ਜਿਹੜੇ ਜੱਟ ਸੀ ਉਹ ਸਿੱਖ ਧਰਮ 'ਚ ਸ਼ਾਮਲ ਹੋਏ ਸਨ। ਹੁਣ ਜੱਟ ਜਿਹੜੇ ਸੀ ਸੁਭਾਅ ਤੋਂ ਹੀ ਨਿਡਰ, ਦਲੇਰ, ਬਹਾਦਰ ਅਤੇ ਯੁੱਧ ਕਰਨ ਵਾਲੇ ਸੀ, ਅਣਖੀਲੇ ਲੋਕ ਸਨ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਇਨ ਜੱਟ ਅਨੁਯਾਈਆਂ ਦੇ ਗੁਣਾਂ ਤੋਂ ਬੜੇ ਪ੍ਰਭਾਵਿਤ ਹੋਏ ਔਰ ਗੁਣਾਂ ਨੂੰ ਮੌਕਾ ਦੇਣ ਲਈ ਉਹਨਾਂ ਦੇ ਸੁਭਾਅ ਦੇ ਅਨੁਸਾਰ ਖਾਲਸਾ ਦੀ ਇਹ ਸਥਾਪਨਾ ਜਿਹੜੀ ਹੈ ਉਹਨਾਂ ਨੇ
ਕੀਤੀ ਸੀ। ਤਾਂ ਇੱਕ ਇਹ ਵੀ ਕਾਰਨ ਜਿਹੜਾ ਹੈ ਉਹਨਾਂ ਦੇ ਖਾਲਸਾ ਦੀ ਸਥਾਪਨਾ ਦਾ ਰਿਹਾ। ਅਗਲੇ ਕਾਰਨ ਦੀ ਗੱਲ ਕਰਾਂਗੇ, ਗੁਰੂ ਸਾਹਿਬ ਦੇ ਜੀਵਨ ਦਾ ਮਿਸ਼ਨ। ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਜੀਵਨ ਕਥਾ ਜੋ ਬਚਿੱਤਰ ਨਾਟਕ ਉਹਨਾਂ ਨੇ ਲਿਖਿਆ ਹੈ, ਉਸ ਦੇ ਵਿੱਚ ਜੀਵਨ ਦੇ ਆਪਦੇ ਮਿਸ਼ਨ ਬਾਰੇ ਉਹਨਾਂ ਨੇ ਕੀ ਲਿਖਿਆ ਹੈ ਕਿ ਸੰਸਾਰ ਵਿੱਚ ਧਰਮ ਦਾ ਪ੍ਰਚਾਰ ਕਰਨਾ, ਸੰਤਾਂ ਦੀ ਰੱਖਿਆ ਕਰਨਾ ਅਤੇ ਅਤਿਆਚਾਰੀ ਲੋਕਾਂ ਦਾ ਨਾਸ਼ ਕਰਨਾ ਉਹਨਾਂ ਦੇ ਜੀਵਨ ਦਾ ਜਿਹੜਾ ਹੈ ਉਹ ਮਿਸ਼ਨ ਹੈ। ਇਸੇ ਦੀ ਪੂਰਤੀ ਲਈ ਉਹ ਇਸ ਦੁਨੀਆ 'ਚ ਆਏ ਨੇ ਔਰ ਇਸੇ ਦੀ ਪੂਰਤੀ ਲਈ ਉਹਨਾਂ ਨੇ ਖਾਲਸਾ ਦੀ ਸਾਜਨਾ ਕਰਨਾ ਜ਼ਰੂਰੀ ਸਮਝਿਆ। ਹੁਣ ਖਾਲਸਾ ਦਾ ਜਨਮ ਕਿਸ ਤਰ੍ਹਾਂ ਹੋਇਆ, ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਜੋ ਸੰਸਥਾ ਹੈ ਉਸ ਦੀ ਸ਼ੁਰੂਆਤ ਕੀਤੀ। ਤਾਂ 1699 ਈਸਵੀ 'ਚ ਮਹਾਂਸਭਾ ਦੇ ਤੇ 5 ਪਿਆਰਿਆਂ ਦੀ ਚੋਣ। ਹੁਣ 1699 ਈਸਵੀ ਵਿੱਚ ਵਿਸਾਖੀ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਇੱਕ ਮਹਾਂਸਭਾ ਬੁਲਾਉਣ ਦਾ ਪ੍ਰਬੰਧ ਕੀਤਾ। ਇਹ ਬਹੁਤ ਭਾਰੀ ਦੀਵਾਨ ਸੀ। ਇਸ ਵਿੱਚ ਭਿੰਨ-ਭਿੰਨ ਪ੍ਰਦੇਸ਼ਾਂ ਤੋਂ ਲਗਭਗ 80,000 ਵਿਅਕਤੀ ਇਕੱਠੇ ਹੋਏ। ਜਦੋਂ ਸਭ ਲੋਕ ਆਪਣੇ ਆਪਣੇ ਸਥਾਨ 'ਤੇ ਬੈਠ ਗਏ ਤਾਂ ਗੁਰੂ ਸਾਹਿਬ ਨੇ ਮਿਆਨ ਵਿੱਚੋਂ ਤਲਵਾਰ ਕੱਢ ਕੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਕਿ ਤੁਹਾਡੇ ਵਿੱਚ ਕੋਈ ਅਜਿਹਾ ਵਿਅਕਤੀ ਹੈ ਜੋ ਧਰਮ ਲਈ ਆਪਣਾ ਜੀਵਨ ਕੁਰਬਾਨ ਕਰ ਸਕੇ। ਜਦੋਂ ਇਹ ਸ਼ਬਦ ਤੀਜੀ ਵਾਰ ਦੁਹਰਾਏ ਗਏ ਤਾਂ ਲਾਹੌਰ ਨਿਵਾਸੀ ਦਇਆ ਰਾਮ, ਜੋ ਖੱਤਰੀ ਜਾਤ ਦਾ ਸੀ, ਆਪਣੀ ਥਾਂ ਤੋਂ ਉੱਠ ਕੇ ਗੁਰੂ ਜੀ ਵੱਲ ਵਧਿਆ ਅਤੇ ਉਸਨੇ ਧਰਮ ਲਈ ਆਪਣੇ ਆਪ ਨੂੰ ਬਲੀਦਾਨ ਕਰਨ ਲਈ ਪੇਸ਼ ਕਰ ਦਿੱਤਾ। ਗੁਰੂ ਜੀ ਉਸ ਨੂੰ ਨੇੜੇ ਹੀ ਇੱਕ ਤੰਬੂ ਵਿੱਚ ਲੈ ਗਏ। ਗੁਰੂ ਸਾਹਿਬ ਫਿਰ ਲੋਕਾਂ ਸਾਹਮਣੇ ਆਏ ਅਤੇ ਉਹਨਾਂ ਨੇ ਇੱਕ ਹੋਰ ਵਿਅਕਤੀ ਦਾ ਸੀਸ ਮੰਗਿਆ। ਇਸ ਵਾਰ ਦਿੱਲੀ ਦਾ ਇੱਕ ਜੱਟ ਧਰਮਦਾਸ ਗੁਰੂ ਸਾਹਿਬ ਵੱਲ ਅੱਗੇ ਵਧਿਆ। ਉਸ ਨੂੰ ਵੀ ਤੰਬੂ ਵਿੱਚ ਲੈ ਗਏ ਔਰ ਜਿੰਨੀ ਵਾਰ ਜੀਵਨ ਬਲੀਦਾਨ ਲਈ ਉਹਨਾਂ ਨੇ ਆਵਾਜ਼ ਦਿੱਤੀ, ਕੋਈ ਨਾ ਕੋਈ ਵਿਅਕਤੀ ਗੁਰੂ ਸਾਹਿਬ ਦੇ ਸਾਹਮਣੇ ਧਰਮ ਲਈ ਆਪਣਾ ਜੀਵਨ ਵਾਰਨ ਲਈ ਹਾਜ਼ਰ ਹੁੰਦਾ ਰਿਹਾ। ਇਸ ਤਰ੍ਹਾਂ 5 ਵਿਅਕਤੀ ਚੁਣ ਲਏ ਗਏ। ਬਾਅਦ ਦੇ 2 ਵਿਅਕਤੀ ਕਿਹੜੇ ਸਨ? ਧਰਮਦਾਸ ਔਰ ਦਇਆ ਰਾਮ ਤੋਂ ਇਲਾਵਾ 3 ਵਿਅਕਤੀਆਂ ਦੇ ਨਾਂ ਇਹ ਸਨ। ਦਵਾਰਕਾ ਦਾ ਮੋਹਕਮ ਚੰਦ ਸੀ ਜੋ ਧੋਬੀ ਸੀ, ਬਿਦਰ ਦਾ ਨਾਈ ਜਾਤ ਦਾ ਸਾਹਿਬ ਚੰਦ ਅਤੇ ਜਗਨਨਾਥਪੁਰੀ ਦਾ ਹਿੰਮਤ ਰਾਏ ਜੋ ਕਹਾਰ ਜਾਤੀ ਨਾਲ ਸੰਬੰਧਿਤ ਸੀ। ਕੁਝ ਸਮੇਂ ਪਿੱਛੋਂ ਗੁਰੂ ਸਾਹਿਬ ਇਹਨਾਂ 5 ਵਿਅਕਤੀਆਂ ਨੂੰ ਕੇਸਰੀ ਰੰਗ ਦੇ ਸੁੰਦਰ ਵਸਤਰ ਪਵਾ ਕੇ ਦਰਬਾਰ ਸਾਹਿਬ ਵਿੱਚ ਲੈ ਆਏ। ਲੋਕ ਇਹਨਾਂ 5 ਵਿਅਕਤੀਆਂ ਨੂੰ ਜਿਉਂਦਿਆਂ ਵੇਖ ਕੇ ਬੜੇ ਹੀ ਹੈਰਾਨ ਹੋ ਗਏ। ਗੁਰੂ ਸਾਹਿਬ ਨੇ ਉਹਨਾਂ ਨੂੰ 5 ਪਿਆਰੇ ਦਾ ਸਾਮੂਹਿਕ ਉਪਾਧੀ ਦਿੱਤੀ। ਇਹ ਮਹੱਤਵਪੂਰਨ ਗੱਲ ਹੈ ਕਿ ਦਇਆ ਰਾਮ ਤੇ ਧਰਮਦਾਸ ਉੱਤਰੀ ਭਾਰਤ ਨਾਲ ਸੰਬੰਧ ਰੱਖਦੇ ਸਨ, ਜਦੋਂ ਕਿ ਮੋਹਕਮ ਚੰਦ ਪੱਛਮੀ ਭਾਰਤ ਦਾ ਸੀ। ਸਾਹਿਬ ਚੰਦ ਦੱਖਣੀ ਭਾਰਤ ਦਾ ਅਤੇ ਹਿੰਮਤ ਰਾਏ ਪੂਰਬੀ ਭਾਰਤ ਨਾਲ ਸੰਬੰਧਿਤ ਸੀ। ਹੁਣ ਇਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਇਸ ਮਹਾਂਸਭਾ ਦੇ ਵਿੱਚ ਭਾਰਤ ਦੇ ਹਰ ਪਾਸੋਂ ਦੇ ਲੋਕ ਹਾਜ਼ਰ ਹੋਏ ਸਨ। ਖੰਡੇ ਦਾ ਪਾਹੁਲ। ਹੁਣ ਜਦੋਂ ਇਹ 5 ਵਿਅਕਤੀ ਉਹਨਾਂ ਨੇ ਬੁਲਾ ਲਏ, ਸਾਰਿਆਂ ਦੇ ਸਾਹਮਣੇ ਲੈ ਆਏ, ਤਾਂ ਫਿਰ ਉਹਨਾਂ ਨੇ ਕੀ ਕੀਤਾ? ਚਰਨ ਅੰਮ੍ਰਿਤ ਦੁਆਰਾ ਇਹਨਾਂ ਵਿਅਕਤੀਆਂ ਨੂੰ ਗੁਰੂ ਦਾ ਸਿੱਖ ਬਣਾਇਆ ਗਿਆ। ਅਰਥਾਤ ਗੁਰੂ ਦੇ ਚਰਨਾਂ ਨਾਲ ਛੁਆਇਆ ਹੋਇਆ ਜੋ ਪਾਣੀ ਸੀ ਉਸ ਨੂੰ ਅੰਮ੍ਰਿਤ ਕਿਹਾ ਗਿਆ। ਚਰਨ ਅੰਮ੍ਰਿਤ ਔਰ ਅੰਮ੍ਰਿਤ ਸਿੱਖਾਂ ਨੂੰ ਪਿਲਾਇਆ ਜਾਂਦਾ ਸੀ, ਪਰੰਤੂ ਗੁਰੂ ਗੋਬਿੰਦ ਸਿੰਘ ਜੀ ਨੇ ਹੁਣ ਇੱਕ ਵਿਸ਼ੇਸ਼ ਪ੍ਰਥਾ ਦੁਆਰਾ 5 ਪਿਆਰਿਆਂ ਨੂੰ ਆਪਣਾ ਸਿੱਖ ਬਣਾਇਆ। ਇੱਕ ਲੋਹੇ ਦੇ ਭਾਂਡੇ ਵਿੱਚ ਸਾਫ਼ ਤੇ ਸਵੱਛ ਪਾਣੀ ਅਤੇ ਪਤਾਸੇ ਪਾ ਕੇ 2 ਧਾਰੀ ਤਲਵਾਰ ਨਾਲ ਹਿਲਾਇਆ ਗਿਆ ਅਤੇ ਨਾਲੋਂ ਨਾਲ ਜਪਜੀ ਸਾਹਿਬ, ਆਨੰਦ ਸਾਹਿਬ, ਜਪ ਸਾਹਿਬ, ਸਵਈਏ, ਚੁਪਾਈ ਨਾਮਕ 5 ਬਾਣੀਆਂ ਦਾ ਪਾਠ ਕੀਤਾ ਗਿਆ। ਇਸ ਪ੍ਰਕਾਰ ਤਿਆਰ ਕੀਤਾ ਗਿਆ ਖੰਡੇ ਦਾ ਪਾਹੁਲ ਅਥਵਾ ਅੰਮ੍ਰਿਤ। ਉਸੇ ਇੱਕ ਭਾਂਡੇ ਵਿੱਚੋਂ ਵਾਰੀ-ਵਾਰੀ 5 ਪਿਆਰਿਆਂ ਨੂੰ ਪਿਲਾ ਦਿੱਤਾ ਗਿਆ। ਗੁਰੂ ਸਾਹਿਬ ਨੇ 5 ਪਿਆਰਿਆਂ ਨੂੰ ਅੰਮ੍ਰਿਤ ਪਿਆਉਣ ਪਿੱਛੋਂ ਖਾਲਸਾ ਦਾ ਉਹਨਾਂ ਨੂੰ ਨਾਂ ਦਿੱਤਾ ਅਤੇ ਜਿਸ ਤੋਂ ਭਾਵ ਕੀ ਹੈ, ਜੋ ਸ਼ੁੱਧ ਹੋ ਚੁੱਕੇ ਹਨ, ਯਾਨੀ ਪਿਓਰ ਹੋ ਚੁੱਕੇ ਹਨ, ਉਹ ਸੱਚੇ ਹਨ, ਅਤੇ ਹਰ ਇੱਕ ਨੂੰ ਆਪਣੇ ਨਾਂ ਦੇ ਨਾਲ ਸਿੰਘ ਸ਼ਬਦ ਲਗਾਉਣ ਲਈ ਕਿਹਾ। ਸਿੰਘ ਯਾਨੀ ਕਿ ਸ਼ੇਰ। ਇਸ ਪ੍ਰਕਾਰ 5 ਪਿਆਰਿਆਂ ਦੇ ਨਾਂ ਦਇਆ ਸਿੰਘ, ਧਰਮ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ ਅਤੇ ਹਿੰਮਤ ਸਿੰਘ ਹੋ ਗਏ। 5 ਪਿਆਰਿਆਂ ਨੂੰ ਖਾਲਸਾ ਬਣਾਉਣ ਪਿੱਛੋਂ ਗੁਰੂ ਸਾਹਿਬ ਨੇ ਆਪ ਉਹਨਾਂ ਦੇ ਹੱਥੀਂ ਖੰਡੇ ਦਾ ਤਿਆਰ ਕੀਤੇ ਗਏ ਅੰਮ੍ਰਿਤ ਦਾ ਸੇਵਨ ਕੀਤਾ ਅਤੇ ਉਹ ਗੋਬਿੰਦ ਰਾਏ ਦੀ ਥਾਂ 'ਤੇ ਹੋ ਗਏ ਗੋਬਿੰਦ ਸਿੰਘ। ਇਸ ਪ੍ਰਕਾਰ ਖਾਲਸਾ ਅਤੇ ਗੁਰੂ ਵਿੱਚ ਅਭਿੰਨਤਾ ਸਥਾਪਿਤ ਕਰ ਦਿੱਤੀ ਗਈ। ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕਿਹਾ, ਖਾਲਸਾ ਗੁਰੂ ਵਿੱਚ ਹੈ ਅਤੇ ਗੁਰੂ ਖਾਲਸਾ ਵਿੱਚ। ਇਸ ਸੰਬੰਧ ਵਿੱਚ ਇਹ ਕਹਾਵਤ ਪ੍ਰਚਲਿਤ ਹੋਈ, ਵਾਹ ਵਾਹ ਗੁਰੂ ਗੋਬਿੰਦ ਸਿੰਘ, ਆਪੇ ਗੁਰੂ ਚੇਲਾ। ਇਸ ਤਰ੍ਹਾਂ ਇੱਕ ਵਿਸ਼ਾਲ ਇਕੱਠ ਜਿਹੜਾ ਕਿ ਅਨੰਦਪੁਰ ਸਾਹਿਬ ਵਿੱਚ ਬੁਲਾਇਆ ਗਿਆ ਸੀ, ਉਹਦੇ 'ਚ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਜਿਹੜੀ ਹੈ ਉਹ ਕਰ ਦਿੱਤੀ। ਔਰ ਖਾਲਸਾ ਦੀ ਸਥਾਪਨਾ ਇੱਕ ਐਲਾਨ ਸੀ ਮੁਗਲਾਂ ਦੇ ਖਿਲਾਫ ਜੰਗ ਦਾ, ਮੁਗਲਾਂ ਦੇ ਖਿਲਾਫ ਅਤਿਆਚਾਰਾਂ ਦਾ ਖਾਤਮੇ ਵਾਲੇ ਪਹਿਲਾ ਕਦਮ ਸੀ।
ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸੰਗਠਨ ਨੂੰ ਖੜਾ ਕਰ ਦਿੱਤਾ ਜੋ ਮੁਗਲਾਂ ਦਾ ਮੁਕਾਬਲਾ ਕਰਕੇ ਹਿੰਦੂ ਔਰ ਸਿੱਖਾਂ ਨੂੰ ਉਹਨਾਂ ਦੇ ਜ਼ੁਲਮਾਂ ਤੋਂ ਬਚਾਉਣ ਵਾਲਾ ਸੀ। ਔਰ ਆਉਣ ਵਾਲੇ ਭਵਿੱਖ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਇਸੇ ਸੰਗਠਨ ਨੇ ਮੁਗਲਾਂ ਦੀ ਇੱਟ ਨਾਲ ਇੱਟ ਖੜਕਾਈ। ਅੱਜ ਦੀ ਵੀਡੀਓ 'ਚ ਬੇਟੇ ਇੰਨਾ ਹੀ ਕਰਾਂਗੇ। ਜੇ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਤਾਂ ਜ਼ਰੂਰ ਇਸ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਔਰ ਬੇਟੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਜ਼ਰੂਰ ਸਬਸਕ੍ਰਾਈਬ ਕਰੋ, ਦੇਖਦੇ ਰਹੋ, ਪੜ੍ਹਦੇ ਰਹੋ ਅਤੇ ਖੁਸ਼ ਰਹੋ। ਥੈਂਕ ਯੂ। ਚਲੋ ਸ਼ੁਰੂ ਕਰਦੇ ਹਾਂ। ਖਾਲਸਾ ਦੇ ਸਿਧਾਂਤ। ਹੁਣ ਖਾਲਸਾ ਦੀ ਜਦੋਂ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਕਰ ਦਿੱਤੀ ਗਈ, ਤਾਂ ਹੁਣ ਖਾਲਸਾ ਦੇ ਸਿਧਾਂਤ ਕੀ ਸਨ, ਯਾਨੀ ਸੰਗਠਨ ਦਾ ਜੋ ਬੇਸ ਸੀ ਉਹ ਕੀ ਸੀ। ਪ੍ਰਿੰਸੀਪਲਸ ਆਫ ਦਾ ਖਾਲਸਾ। ਸਿੱਖ ਪਰੰਪਰਾ ਅਨੁਸਾਰ ਖਾਲਸਾ ਦੀ ਸਥਾਪਨਾ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੇ ਕਰਤੱਵਾਂ ਬਾਰੇ ਨਿਸ਼ਚਿਤ ਨਿਯਮਾਂ ਦਾ ਐਲਾਨ ਕੀਤਾ। ਇਹਨਾਂ ਨਿਯਮਾਂ ਨੂੰ ਰਹਿਤਨਾਮਿਆਂ ਵਿੱਚ ਸੰਕਲਿਤ ਕੀਤਾ ਗਿਆ ਹੈ। ਰਹਿਤਨਾਮਿਆਂ ਦੀ ਰਚਨਾ 18ਵੀਂ ਸਦੀ ਵਿੱਚ ਹੋਈ, ਪਰ ਉਹਨਾਂ ਵਿੱਚ ਦਿੱਤੇ ਗਏ ਨਿਯਮ ਗੁਰੂ ਗੋਬਿੰਦ ਸਿੰਘ ਜੀ ਦੇ ਹੀ ਹੁਕਮ ਦੱਸੇ ਗਏ ਹਨ। ਇਹਨਾਂ ਨਿਯਮਾਂ ਜਾਂ ਸਿਧਾਂਤਾਂ ਦਾ ਡੂੰਘਾਈ ਅਤੇ ਗੰਭੀਰਤਾ ਨਾਲ ਅਧਿਐਨ ਕਰਨ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਸਾਰੇ 1699 ਈਸਵੀ ਨੂੰ ਵਿਸਾਖੀ ਦੇ ਦਿਨ ਨਹੀਂ ਬਣਾਏ ਗਏ ਸਨ। ਕੁਝ ਨਿਯਮ ਤਾਂ 1699 ਈਸਵੀ ਤੋਂ ਪਹਿਲਾਂ ਪ੍ਰਚਲਿਤ ਸਨ, ਕੁਝ 1699 ਈਸਵੀ ਵਿੱਚ ਬਣਾਏ ਗਏ ਅਤੇ ਕੁਝ ਨਿਯਮਾਂ ਨੂੰ 1699 ਈਸਵੀ ਤੋਂ ਪਿੱਛੋਂ ਅੰਤਿਮ ਰੂਪ ਦਿੱਤਾ ਗਿਆ। ਤਾਂ ਖਾਲਸਾ ਦੇ ਜੋ ਮੁੱਖ ਸਿਧਾਂਤ ਨੇ ਉਹ ਕਿਹੜੇ ਨੇ, ਆਪਾਂ ਉਹਨਾਂ ਬਾਰੇ ਪੜ੍ਹ ਲੈਂਦੇ ਹਾਂ। ਤਾਂ ਸਭ ਤੋਂ ਪਹਿਲਾ ਹੈ, ਖਾਲਸਾ ਵਿੱਚ ਪ੍ਰਵੇਸ਼ ਕਰਨ ਲਈ ਹਰ ਇੱਕ ਵਿਅਕਤੀ ਨੂੰ ਖੰਡੇ ਦਾ ਪਾਹੁਲ ਅਥਵਾ ਵਿਸ਼ੇਸ਼ ਵਿਧੀ ਦੁਆਰਾ ਤਿਆਰ ਕੀਤੇ ਗਏ ਅੰਮ੍ਰਿਤ ਦਾ ਸੇਵਨ ਕਰਨਾ ਪਵੇਗਾ ਅਤੇ ਉਸ ਪਿੱਛੋਂ ਆਪਣੇ ਆਪ ਨੂੰ ਖਾਲਸਾ ਕਹੇਗਾ ਜਾਂ ਕਹਿ ਸਕੇਗਾ। ਤਾਂ ਖੰਡੇ ਦਾ ਪਾਹੁਲ ਇਹ ਪਹਿਲੀ ਸ਼ਰਤ ਹੈ ਖਾਲਸਾ ਬਣਨ ਲਈ ਸੇਵਨ ਕਰਨਾ। ਦੂਸਰਾ ਹੈ, ਹਰ ਇੱਕ ਖਾਲਸਾ ਨੂੰ ਆਪਣੇ ਨਾਂ ਦੇ ਨਾਲ ਸਿੰਘ ਸ਼ਬਦ ਲਾਉਣਾ ਪਏਗਾ, ਜਿਸ ਦਾ ਅਰਥ ਹੈ ਸ਼ੇਰ, ਯਾਨੀ ਦਲੇਰੀ, ਯਾਨੀ ਬਹਾਦਰੀ। ਤੀਸਰਾ ਜੋ ਸਿਧਾਂਤ ਹੈ ਉਹ 5 ਕਕਾਰ ਜਾਂ ਕੱਕੇ ਅਰਥਾਤ ਕ ਅੱਖਰ ਨਾਲ ਸ਼ੁਰੂ ਹੋਣ ਵਾਲੇ 5 ਚਿੰਨ੍ਹ, ਉਹਨਾਂ 'ਚ ਕਿਹੜੇ 5 ਨੇ? ਕੇਸ, ਕੰਘਾ, ਕੜਾ, ਕੱਛਾ ਅਤੇ ਕਿਰਪਾਨ ਉਹ ਧਾਰਨ ਕਰੇਗਾ, ਉਹੀ ਖਾਲਸਾ ਕਹਾਏਗਾ। ਚੌਥੇ ਸਿਧਾਂਤ ਦੀ ਅਗਰ ਆਪਾਂ ਗੱਲ ਕਰੀਏ, ਉਹ ਕੇਵਲ ਇੱਕ ਸਰਵਉੱਚ ਅਤੇ ਸਰਵ ਸ਼ਕਤੀਮਾਨ ਈਸ਼ਵਰ ਵਿੱਚ ਵਿਸ਼ਵਾਸ ਰੱਖੇਗਾ ਅਤੇ ਈਸ਼ਵਰ ਦੀ ਭਗਤੀ ਤੋਂ ਸਿਵਾ ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਨਹੀਂ ਕਰੇਗਾ। ਉਹ ਮੂਰਤੀ ਪੂਜਾ ਵਿੱਚ ਵਿਸ਼ਵਾਸ ਨਹੀਂ ਕਰੇਗਾ, ਜੋ ਆਮ ਤੌਰ 'ਤੇ ਉਦੋਂ ਪਹਿਲਾਂ ਪ੍ਰਚਲਨ ਵਿੱਚ ਸੀ। ਪੰਜਵਾਂ ਸਿਧਾਂਤ ਹੈ, ਉਹ ਅੰਮ੍ਰਿਤ ਵੇਲੇ ਉੱਠੇਗਾ ਅਤੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੇਗਾ। ਛੇਵਾਂ ਸਿਧਾਂਤ, ਉਹ 10 ਨੋਹਾਂ ਦੀ ਕਿਰਤ ਕਰਕੇ ਆਪਣੀ ਰੋਟੀ ਕਮਾਏਗਾ ਅਤੇ ਆਪਣੀ ਆਮਦਨੀ ਦਾ 10ਵਾਂ ਹਿੱਸਾ ਯਾਨੀ ਕਿ 10 ਧਾਰਮਿਕ ਕਾਰਜਾਂ ਲਈ ਦਾਨ ਕਰਿਆ ਕਰੇਗਾ, ਯਾਨੀ ਦਾਨਸ਼ੀਲਤਾ ਦੀ ਭਾਵਨਾ ਪੈਦਾ ਕਰਨ ਲਈ ਇਹ ਸਿਧਾਂਤ ਰੱਖਿਆ ਗੁਰੂ ਸਾਹਿਬ ਜੀ ਨੇ। 7ਵੀਂ ਗੱਲ ਕਰੀਏ, ਉਹ ਜਾਤ ਪਾਤ ਅਤੇ ਊਚ ਨੀਚ ਦੇ ਭੇਦਭਾਵ ਵਿੱਚ ਵਿਸ਼ਵਾਸ ਨਹੀਂ ਕਰੇਗਾ। ਸ਼ੁਰੂ 'ਤੇ ਆਪਾਂ ਗੱਲ ਕੀਤੀ ਸੀ, ਖਾਲਸਾ ਦੀ ਸਥਾਪਨਾ ਹੀ ਦੇ ਕਾਰਨਾਂ ਦੇ ਵਿੱਚ ਇੱਕ ਕਾਰਨ ਸੀ ਕਿਉਂਕਿ ਜਾਤ ਪਾਤ ਬਹੁਤ ਜ਼ਿਆਦਾ ਸੀ। ਹਾਲਾਂਕਿ ਗੁਰੂ ਨਾਨਕ ਦੇਵ ਜੀ ਔਰ ਬਾਅਦ ਵਾਲੇ ਗੁਰੂਆਂ ਦੁਆਰਾ ਲਗਾਤਾਰ ਇਸ ਜਾਤ ਪਾਤ ਨੂੰ ਖਤਮ ਕਰਨ ਦੇ ਪ੍ਰਯਾਸ ਕੀਤੇ ਗਏ ਸਨ, ਲੇਕਿਨ ਹਜੇ ਇਹ ਦੂਰ ਨਹੀਂ ਹੋ ਸਕਿਆ ਸੀ। ਤਾਂ ਜਾਤ ਪਾਤ ਨੂੰ ਖਤਮ ਕਰਨ ਲਈ ਹੀ ਖਾਲਸਾ ਬਣਿਆ ਸੀ। ਤਾਂ ਇੱਕ ਸਿਧਾਂਤ ਇਹਦੇ ਵਿੱਚ ਇਹ ਰੱਖਿਆ, ਖਾਲਸਾ ਦੇ ਸਾਰੇ ਮੈਂਬਰਾਂ ਨੂੰ ਇੱਕ ਦੂਜੇ ਨੂੰ ਭਰਾ ਸਮਝਣ ਅਤੇ ਇੱਕ ਦੂਜੇ ਨਾਲ ਮਿਲ ਕੇ ਰਲ ਕੇ ਖਾਣ ਪੀਣ ਦਾ ਹੁਕਮ ਜਿਹੜਾ ਹੈ ਉਹ ਦਿੱਤਾ ਗਿਆ। 8ਵੀਂ ਗੱਲ ਕਰੀਏ, ਹਰ ਇੱਕ ਖਾਲਸਾ ਗੁਰੂ ਅਤੇ ਪੰਥ ਲਈ ਕੰਮ ਧੰਦਾ, ਪਰਿਵਾਰ, ਵਿਸ਼ਵਾਸ ਅਤੇ ਰੀਤੀ ਰਿਵਾਜ ਦਾ ਬਲੀਦਾਨ, ਜਿਹਦੇ 'ਚ ਕੀ ਹੈ? ਕਿਰਤ ਨਾਸ਼ ਹੈ, ਕੁਲ ਨਾਸ਼ ਹੈ, ਧਰਮ ਨਾਸ਼ ਹੈ ਅਤੇ ਕਰਮ ਨਾਸ਼ ਕਰਨ ਲਈ ਸਦਾ ਤਿਆਰ ਰਹੇਗਾ। ਇਨ ਬਰੀਫ ਅਗਰ ਮੈਂ ਕਹਾਂ, ਕਿਰਤ ਨਾਸ਼ ਜੋ ਪਹਿਲਾਂ ਕਰਦਾ ਸੀ, ਕੁਲ ਨਾਸ਼ ਜੋ ਕੁਲ ਦੇ ਵਿੱਚ ਪਹਿਲਾਂ ਰੀਤੀ ਰਿਵਾਜ ਸਨ, ਧਰਮ ਨਾਸ਼ ਯਾਨੀ ਪੁਰਾਣੇ ਜੋ ਵਿਸ਼ਵਾਸ ਸਨ, ਔਰ ਕਰਮ ਨਾਸ਼ ਯਾਨੀ ਪਹਿਲਾਂ ਸਾਡੀਆਂ ਮਾਨਤਾਵਾਂ ਇਹ ਸਨ, ਅਸੀਂ ਇਹ ਕਰਦੇ ਸੀ, ਸਾਡੇ ਬਜ਼ੁਰਗ ਨੂੰ ਜੋ ਉਪਾਧੀਆਂ, ਜੋ ਨਾਮ ਸ਼ੌਹਰਤ, ਉਹ ਸਾਰੀ ਕਰਨ ਲਈ ਸਦਾ ਤਿਆਰ ਰਹੇਗਾ। ਤਾਂ 9ਵੀਂ ਗੱਲ ਅਗਰ ਆਪਾਂ ਕਰੀਏ, ਉਹ ਅਸਤਰ ਸ਼ਸਤਰ ਧਾਰਨ ਕਰੇਗਾ ਅਤੇ ਧਰਮ ਯੁੱਧ ਲਈ ਸਦਾ ਤਿਆਰ ਰਹੇਗਾ। ਮੁਕਾਬਲੇ ਲਈ ਇਹ ਸੰਗਠਨ ਬਣਾਇਆ ਗਿਆ ਸੀ। ਤਾਂ ਇੱਕ 5 ਕੱਕਿਆਂ ਦੇ ਵਿੱਚ ਇੱਕ ਕਿਰਪਾਨ ਵੀ ਸੀ, ਤਾਂ ਉਹ ਸਦਾ ਤਿਆਰ ਰਹੇਗਾ। ਉਹ ਤੰਬਾਕੂ ਦੀ ਵਰਤੋਂ ਨਹੀਂ ਕਰੇਗਾ, ਯਾਨੀ ਨਸ਼ਾ ਨਹੀਂ ਕਰੇਗਾ। 11ਵੀਂ ਗੱਲ, ਉਹ ਆਪਣੇ ਚਰਿੱਤਰ ਨੂੰ ਸ਼ੁੱਧ ਰੱਖੇਗਾ ਅਤੇ ਉੱਚ ਨੈਤਿਕ ਜੀਵਨ ਬਤੀਤ ਕਰੇਗਾ। 12ਵਾਂ ਦੇ ਸਿਧਾਂਤ ਹੈ, ਖਾਲਸਾ ਦੇ ਮੈਂਬਰ ਆਪਸ ਵਿੱਚ ਮਿਲਦੇ ਸਮੇਂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਇੱਕ ਦੂਜੇ ਦਾ ਸਵਾਗਤ ਕਰਨਗੇ, ਇੱਕ ਦੂਜੇ ਨੂੰ ਇਹ ਵਿਸ਼ ਕਰਨਗੇ। ਤਾਂ ਗੁਰੂ ਸਾਹਿਬ ਨੇ ਮੀਣਿਆਂ, ਧੀਰ ਮੱਲੀਆਂ, ਰਾਮ ਰਾਇਆਂ ਅਤੇ ਭ੍ਰਿਸ਼ਟਾਚਾਰੀ ਮਸੰਦਾਂ ਨੂੰ ਖਾਲਸਾ ਵਿੱਚ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ। ਉਹਨਾਂ ਨੇ ਖਾਲਸਾ ਦੇ ਮੈਂਬਰਾਂ ਨੂੰ ਵੀ ਇਹਨਾਂ ਲੋਕਾਂ ਨਾਲ ਕਿਸੇ ਪ੍ਰਕਾਰ ਦਾ ਮੇਲ ਜੋਲ ਨਾ ਰੱਖਣ ਦਾ ਹੁਕਮ ਜਿਹੜਾ ਹੈ ਉਹ ਜਾਰੀ ਕੀਤਾ। ਤਾਂ ਇਹ ਨੇ ਖਾਲਸਾ ਦੇ ਸਿਧਾਂਤ ਜੋ ਖਾਲਸਾ ਦੀ ਸਥਾਪਨਾ ਤੋਂ ਬਾਅਦ ਰੱਖੇ ਗਏ। ਜਿਹੜਾ ਖਾਲਸਾ ਬਣੇ ਉਹ ਇਹਨਾਂ ਸਿਧਾਂਤਾਂ ਦੀ ਪਾਲਣਾ ਉਸਨੂੰ ਕਰਨੀ ਉਸਦੇ ਲਈ ਜ਼ਰੂਰੀ ਸੀ। ਅੱਗੇ ਹੁਣ ਆਪਾਂ ਕਰਦੇ ਹਾਂ ਖਾਲਸਾ ਦੀ ਸਾਜਨਾ ਦਾ ਮਹੱਤਵ ਕੀ ਹੈ, ਇੰਪੋਰਟੈਂਸ ਕੀ ਹੈ, ਸਿਗਨੀਫੀਕੈਂਸ ਗੱਲ ਕਰੀਏ ਤਾਂ ਖਾਲਸਾ ਦੀ ਸਾਜਨਾ ਕੇਵਲ ਪੰਜਾਬ ਦੇ ਇਤਿਹਾਸ ਵਿੱਚ ਹੀ ਨਹੀਂ ਸਗੋਂ ਭਾਰਤ ਦੇ ਇਤਿਹਾਸ ਵਿੱਚ ਅਤਿਅੰਤ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ। ਡਾਕਟਰ ਹਰੀ ਰਾਮ ਗੁਪਤਾ ਦੇ ਸ਼ਬਦਾਂ ਵਿੱਚ ਖਾਲਸਾ ਦੀ ਸਥਾਪਨਾ ਦੇਸ਼ ਦੇ ਧਾਰਮਿਕ ਅਤੇ ਰਾਜਨੀਤਿਕ ਇਤਿਹਾਸ ਵਿੱਚ ਇੱਕ ਯੁੱਗ ਪਲਟਾਊ ਘਟਨਾ ਸੀ। ਇਸੇ ਬਾਰੇ ਪ੍ਰੋਫੈਸਰ ਹਰਬੰਸ ਸਿੰਘ ਕਹਿੰਦੇ ਨੇ, ਇਹ ਇਤਿਹਾਸ ਦਾ ਇੱਕ ਫਲਦਾਇਕ ਕਾਰਨਾਮਾ ਸੀ ਜੋ ਲੋਕਾਂ ਦੇ ਮਨਾਂ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲੈ ਆਇਆ। ਖਾਲਸਾ ਦੀ ਸਥਾਪਨਾ ਦੇ ਪੰਜਾਬ ਦੇ ਇਤਿਹਾਸ ਉੱਤੇ ਸਾਧਾਰਨ ਰੂਪ ਵਿੱਚ ਅਤੇ ਸਿੱਖ ਇਤਿਹਾਸ ਉੱਤੇ ਵਿਸ਼ੇਸ਼ ਰੂਪ ਵਿੱਚ ਡੂੰਘੇ ਅਤੇ ਚਿਰਸਥਾਈ ਯਾਨੀ ਕਿ ਲੰਬੇ ਤੌਰ 'ਤੇ ਅਸਰ ਰੱਖਣ ਵਾਲੇ ਪ੍ਰਭਾਵ ਜਿਹੜੇ ਸੀ ਉਹ ਪਏ। ਹੁਣ ਉਹਨਾਂ ਦਾ ਵਿਸਤਾਰ ਵਰਣਨ ਆਪਾਂ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਹੈ ਗੁਰੂ ਨਾਨਕ ਦੇਵ ਜੀ ਦੁਆਰਾ ਆਰੰਭ ਕੀਤੇ ਗਏ ਕਾਰਜਾਂ ਦਾ ਸੰਪੂਰਨ ਹੋਣਾ। ਹੁਣ ਗੁਰੂ ਨਾਨਕ ਦੇਵ ਜੀ ਜੋ ਸਿੱਖ ਪੰਥ ਦੇ ਪਹਿਲੇ ਗੁਰੂ ਸਨ, ਉਹਨਾਂ ਨੇ ਇਸ ਪੰਥ ਦੀ ਸ਼ੁਰੂਆਤ ਕੀਤੀ ਸੀ ਔਰ ਉਹਨਾਂ ਤੋਂ ਬਾਅਦ ਜਿੰਨੇ ਵੀ ਗੁਰੂ ਸਾਹਿਬਾਨ ਹੋਏ, ਦੂਸਰੇ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ, ਤੀਸਰੇ ਗੁਰੂ ਅਮਰਦਾਸ ਜੀ, ਫਿਰ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਐਂਡ 9ਵੇਂ ਗੁਰੂ ਸਾਹਿਬ ਤੱਕ, ਉਹ ਸਾਰਿਆਂ ਨੇ ਧਰਮ ਦੇ ਵਿਕਾਸ ਲਈ ਅਲੱਗ-ਅਲੱਗ ਕਾਰਜ ਜਿਹੜੇ ਸੀ, ਆਪਦੇ ਰੋਲ ਜੋ ਸੀ ਉਹ ਨਿਭਾਏ ਸਨ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਜਿਹੜਾ ਖਾਲਸਾ ਹੈ ਉਸ ਦੀ ਸਥਾਪਨਾ ਕਰਕੇ ਆਪਣੇ ਜਿੰਨੇ ਵੀ ਪਹਿਲੇ ਗੁਰੂ ਸਾਹਿਬਾਨ ਸਨ ਉਹਨਾਂ ਦੇ ਕੀਤੇ ਗਏ ਕਾਰਜਾਂ ਨੂੰ ਇੱਕ ਫਾਈਨਲ ਸਟੇਜ 'ਤੇ ਲਿਆਂਦਾ, ਕਾਰਜ ਨੂੰ ਸੰਪੂਰਨਤਾ ਪ੍ਰਦਾਨ ਕੀਤੀ। ਡਾਕਟਰ ਗੋਕਲ ਚੰਦ ਨਾਰੰਗ ਇਸ ਬਾਰੇ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਨੇ ਫਸਲ ਦੇ ਬੀਜ ਬੀਜੇ ਸਨ ਅਤੇ ਉਹਨਾਂ ਦੇ ਉੱਤਰਾਧਿਕਾਰੀਆਂ ਨੇ ਇਸ ਨੂੰ ਪਾਣੀ ਦਿੱਤਾ ਸੀ। ਗੁਰੂ ਗੋਬਿੰਦ ਸਾਹਿਬ ਜੀ ਨੇ ਦੇ ਸਮੇਂ ਇਹ ਫਸਲ ਪੂਰਨ ਰੂਪ ਵਿੱਚ ਪੱਕ ਗਈ। ਤਾਂ ਦੂਸਰਾ ਇਸ ਦਾ ਮਹੱਤਵ ਹੈ ਮਸੰਦ ਪ੍ਰਥਾ ਦਾ ਅੰਤ। ਆਪਾਂ ਹੁਣੇ ਗੱਲ ਕੀਤੀ, ਲਾਸਟ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ। ਇਹ ਪ੍ਰਥਾ ਗੁਰੂ ਰਾਮਦਾਸ ਜੀ ਨੇ ਜਦੋਂ ਅੰਮ੍ਰਿਤਸਰ ਵਿੱਚ 2 ਸਰੋਵਰ ਸੰਤੋਖਸਰ ਅਤੇ ਅੰਮ੍ਰਿਤਸਰ ਖੁਦਵਾਏ ਜਾ ਰਹੇ ਸਨ, ਉਦੋਂ ਇਸ ਪ੍ਰਥਾ ਦੀ ਸ਼ੁਰੂਆਤ ਹੋਈ ਸੀ। ਤਾਂ ਇਸ ਪ੍ਰਥਾ ਨੇ ਬੜਾ ਵਧੀਆ ਕੰਮ ਕੀਤਾ। ਜੋ ਇਹਨਾਂ ਦਾ ਕੰਮ ਸੀ ਕਿ ਲੋਕਾਂ ਕੋਲੋਂ ਗੁਰੂ ਘਰ ਲਈ ਦਾਨ ਇਕੱਠਾ ਕਰਨਾ, ਗੁਰੂ ਗੋਲਕ ਲਈ, ਔਰ ਦੂਸਰਾ ਗੁਰੂ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣਾ। ਤਾਂ ਸ਼ੁਰੂਆਤੀ ਤੌਰ 'ਤੇ ਬੜਾ ਅੱਛਾ ਇਹਨਾਂ ਨੇ ਕੰਮ ਕੀਤਾ, ਲੇਕਿਨ ਬਾਅਦ ਵਿੱਚ ਇਹ ਸਿੱਖ ਪੰਥ ਦੇ ਲਈ ਇੱਕ ਮੁਸੀਬਤ ਬਣ ਗਏ ਕਿਉਂਕਿ ਕਰਪਟ ਹੋ ਗਏ। ਔਰ 9ਵੇਂ ਗੁਰੂ ਸਾਹਿਬ ਜਦੋਂ ਹਰਿਮੰਦਰ ਸਾਹਿਬ 'ਚ ਦਰਸ਼ਨਾਂ ਲਈ ਗਏ ਤਾਂ ਇਹਨਾਂ ਮਸੰਦਾਂ ਨੇ, ਜਿਵੇਂ ਸ਼ੀਹ ਨਾਂ ਦੇ ਮਸੰਦ ਨੇ, ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ, ਗੋਲੀ ਵੀ ਚਲਾਈ। ਤਾਂ ਇਹ ਮਸੰਦ ਕਰਪਟ ਹੋ ਗਏ ਸਨ ਔਰ ਇਹਨਾਂ ਕੋਲੇ ਹਥਿਆਰ ਸੀ, ਇਹ ਇੱਕ ਹਥਿਆਰਬੰਦ ਸਿਸਟਮ ਸੀ। ਤਾਂ ਇਹਨਾਂ ਦਾ ਖਾਤਮਾ ਕਰਨ ਵਿੱਚ, ਇਹਨਾਂ ਦੀ ਅੰਤ ਕਰਨ ਵਿੱਚ ਖਾਲਸਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇੱਕ ਵਿਸ਼ੇਸ਼ ਮਹੱਤਵ ਇਹ ਇਸ ਗੱਲ ਦਾ ਹੈ। ਖਾਲਸਾ ਸੰਗਤਾਂ ਦਾ ਵਧੇਰੇ ਮਹੱਤਵ। ਮਸੰਦ ਪ੍ਰਥਾ ਦੀ ਸਮਾਪਤੀ ਨਾਲ ਹੁਣ ਖਾਲਸਾ ਸੰਗਤਾਂ ਦਾ ਮਹੱਤਵ ਵੱਧ ਗਿਆ। ਉਹਨਾਂ ਨੂੰ ਨਾ ਕੇਵਲ ਲੋਕਾਂ ਨੂੰ ਖੰਡੇ ਦਾ ਪਾਹੁਲ ਜਾਂ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਵਿੱਚ ਲਿਆਉਣ ਦਾ ਅਧਿਕਾਰ ਹੀ ਦਿੱਤਾ ਗਿਆ, ਸਗੋਂ ਸਿੱਖਾਂ ਦੇ ਸਾਮੂਹਿਕ ਰੂਪ ਵਿੱਚ ਜੋ ਨਿਰਣੇ ਕਰਨ ਦਾ ਅਧਿਕਾਰ ਸੀ ਉਹ ਵੀ ਉਹਨਾਂ ਨੂੰ ਮਿਲ ਗਿਆ। ਅਸਲ ਵਿੱਚ ਖਾਲਸਾ ਸੰਗਤਾਂ ਹੁਣ ਮਹੱਤਵਪੂਰਨ ਪਵਿੱਤਰ ਸੰਸਥਾਵਾਂ ਬਣ ਗਈਆਂ। ਅਗਲੇ ਅਗਰ ਆਪਾਂ ਮਹੱਤਵ ਦੀ ਗੱਲ ਕਰੀਏ ਤਾਂ ਸਿੱਖਾਂ ਦੀ ਗਿਣਤੀ ਵਿੱਚ ਵਾਧਾ ਹੋਇਆ। ਗੁਰੂ ਸਾਹਿਬ ਨੇ ਪਹਿਲਾਂ ਤਾਂ ਆਪ ਹਜ਼ਾਰਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਬਣਾਇਆ। ਇਸ ਪਿੱਛੋਂ ਗੁਰੂ ਸਾਹਿਬ ਨੇ ਇਹ ਵੀ ਹੁਕਮ ਦਿੱਤਾ ਕਿ ਖਾਲਸਾ ਦੇ ਕੋਈ 5 ਮੈਂਬਰ ਕਿਸੇ ਵੀ ਹੋਰ ਵਿਅਕਤੀ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਵਿੱਚ ਸ਼ਾਮਲ ਕਰ ਸਕਦੇ ਹਨ। ਇਸ ਹੁਕਮ ਦੇ ਫਲਸਰੂਪ ਖਾਲਸਾ ਦੇ ਮੈਂਬਰਾਂ ਨੇ ਬੜੇ ਉਤਸ਼ਾਹ ਨਾਲ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਖਾਲਸਾ ਪੰਥ ਦੇ ਅਨੁਯਾਈਆਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਵਾਧਾ ਕੀਤਾ। ਅਗਲਾ ਮਹੱਤਵ ਹੈ ਸਿੱਖਾਂ ਵਿੱਚ ਨਵੀਂ ਭਾਵਨਾ ਦਾ ਸੰਚਾਰ ਹੋਇਆ। ਹੁਣ ਖਾਲਸਾ ਦੀ ਜੋ ਸਾਜਨਾ ਹੋਈ ਉਸ ਤੋਂ ਬਾਅਦ ਸਿੱਖਾਂ ਦੇ ਵਿੱਚ ਇੱਕ ਨਵੀਂ ਸੋਚ, ਇੱਕ ਨਵੀਂ ਸ਼ਕਤੀ ਦਾ ਸੰਚਾਰ ਹੋਇਆ। ਦਲੇਰੀ ਦਾ ਭਾਵ, ਬਹਾਦਰੀ ਦਾ ਭਾਵ ਪੈਦਾ ਹੋਇਆ। ਅੰਮ੍ਰਿਤ ਪਾਣ ਤੋਂ ਬਾਅਦ ਜਦੋਂ ਸਿੰਘ ਕਹਾਉਣ ਲੱਗੇ ਤਾਂ ਉਹਨਾਂ ਦੇ ਇਸ ਗੱਲ ਨਾਲ ਉਹਨਾਂ ਦੇ ਮਾਨਸਿਕ ਜੋ ਇੱਕ ਸੋਚ ਸੀ ਉਹਦੇ 'ਤੇ ਬੜਾ ਡੂੰਘਾ ਅਸਰ ਪਿਆ ਔਰ ਉਹ ਸ਼ੇਰ ਵਾਂਗ ਬਹਾਦਰ ਹੋ ਗਏ ਅਤੇ ਡਰ ਔਰ ਕਾਇਰਤਾ ਉਹਨਾਂ 'ਚ ਹੌਲੀ ਹੌਲੀ ਖਤਮ ਹੋਣ ਲੱਗੀ। ਜਾਤ ਪਾਤ ਦੇ ਭੇਦ ਭਾਵ ਜਿਹੜੇ ਸੀ ਉਹ ਖਤਮ ਹੋਣ ਲੱਗੇ। ਤਾਂ ਕਨਿੰਗਮ ਇਸ ਬਾਰੇ ਕੀ ਕਹਿੰਦੇ ਨੇ, ਗੁਰੂ ਸਾਹਿਬ ਨੇ ਪਰਾਜਿਤ ਲੋਕਾਂ ਦੀ ਸੁੱਤੀ ਹੋਈ ਸ਼ਕਤੀ ਨੂੰ ਸਫਲਤਾਪੂਰਵਕ ਜਗਾਇਆ ਅਤੇ ਉਹਨਾਂ ਵਿੱਚ ਸਮਾਜਿਕ ਸੁਤੰਤਰਤਾ
ਅਤੇ ਰਾਸ਼ਟਰੀ ਪ੍ਰਭੁੱਤਵ ਸਥਾਪਿਤ ਕਰਨ ਦੀ ਇੱਛਾ ਪੈਦਾ ਕਰ ਦਿੱਤੀ। ਅਗਲੀ ਜਿਹੜਾ ਮਹੱਤਤਾ ਹੈ ਉਹ ਹੈ ਨੀਵੀਆਂ ਜਾਤੀਆਂ ਦੇ ਲੋਕਾਂ ਦਾ ਉद्धार ਹੋਇਆ। ਹੁਣ ਖਾਲਸਾ ਦੀ ਸਥਾਪਨਾ ਨਾਲ, ਕਿਉਂਕਿ ਜਾਤ ਪਾਤ 'ਤੇ ਸੱਟ ਵੱਜੀ ਸੀ, ਜਿਹੜੇ ਆਪਾਂ 5 ਪਿਆਰਿਆਂ ਦੀ ਗੱਲ ਕੀਤੀ ਆ ਉਹਨਾਂ ਦੇ ਵਿੱਚ ਵੀ ਨੀਵੀਂ ਜਾਤ ਦੇ ਉਸ ਟਾਈਮ 'ਤੇ ਜੋ ਲੋਕ ਸਮਝੇ ਜਾਂਦੇ ਸੀ ਉਹ ਸ਼ਾਮਲ ਸੀ। ਤਾਂ ਨੀਵੀਂ ਜਾਤੀ ਵਾਲਿਆਂ ਨੂੰ ਜਦੋਂ ਸਨਮਾਨ ਮਿਲਿਆ ਖਾਲਸਾ 'ਚ, ਤਾਂ ਨੈਚੁਰਲ ਹੈ ਕਿ ਉਹਨਾਂ ਲੋਕਾਂ ਦੇ ਵਿੱਚ ਵੀ ਇੱਕ ਨਵੀਂ ਸੋਚ ਪੈਦਾ ਹੋਈ, ਔਰ ਇਹਨਾਂ ਜਾਤੀ ਵਾਲੇ ਲੋਕਾਂ ਦਾ, ਜਿਹੜੇ ਸਮਾਜ ਵਿੱਚ ਬੜੀ ਦੇਰ ਦੇ ਸ਼ੋਸ਼ਿਤ ਵਰਗ ਸੀ, ਬ੍ਰਾਹਮਣਾਂ ਦੁਆਰਾ ਸ਼ੋਸ਼ਿਤ ਕੀਤੇ ਜਾ ਰਹੇ ਸੀ, ਉਹਨਾਂ ਨੂੰ ਵੀ ਸਨਮਾਨ ਮਿਲਿਆ ਔਰ ਉਹਨਾਂ ਦਾ ਵੀ ਉद्धार ਹੋ ਸਕਿਆ। ਤਾਂ ਕਾਫੀ ਵੱਡੀ ਗਿਣਤੀ ਵਿੱਚ, ਕਾਫੀ ਵੱਡੀ ਸੰਖਿਆ ਵਿੱਚ ਇਹ ਲੋਕ ਸ਼ਾਮਲ ਹੋਏ ਔਰ ਇਹਨਾਂ ਦੇ ਵਿੱਚ ਜਾਗ੍ਰਿਤੀ ਪੈਦਾ ਆਈ, ਔਰ ਗੁਰੂ ਗੋਬਿੰਦ ਸਿੰਘ ਦੀ ਯੋਗ ਅਗਵਾਈ ਵਿੱਚ ਇਹ ਯੋਧੇ ਬਣੇ ਔਰ ਦੇਸ਼ ਭਗਤ ਬਣੇ। ਸਿੱਖ ਸੰਪਰਦਾ ਵਿੱਚ ਜੱਟਾਂ ਦਾ ਅਧਿਕ ਮਹੱਤਵ, ਲਾਸਟ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਜੱਟਾਂ ਦੇ ਕਰਕੇ ਹੀ ਖਾਲਸਾ ਸਾਜਿਆ ਗਿਆ। ਇੱਕ ਕਾਰਨ ਇਹ ਸੀਗਾ। ਤਾਂ ਸਿੱਖ ਸੰਪਰਦਾ ਦੇ ਵਿੱਚ ਜਦੋਂ ਜੱਟ ਸ਼ਾਮਲ ਹੋਏ, ਤਾਂ ਹੁਣ ਜੱਟ ਜਿਹੜੇ ਸੀ ਉਹ ਦਲੇਰ ਸੀ, ਬਹਾਦਰ ਸੀ, ਵੀਰ ਯੋਧੇ ਸੀ, ਅਣਖੀਲੇ ਸੀ, ਤਾਂ ਉਹਨਾਂ ਦਾ ਸੁਭਾਅ ਹੀ ਸੀ ਆਜ਼ਾਦੀ ਪਸੰਦ ਵਾਲਾ। ਤਾਂ ਜਦੋਂ ਖਾਲਸਾ ਦਾ ਸਾਜਿਆ ਗਿਆ, ਹੁਣ ਖਾਲਸਾ ਤਾਕਤ ਦਾ ਸਰੂਪ ਸੀ, ਸ਼ਕਤੀ ਦਾ ਸਰੂਪ ਸੀ, ਤਾਂ ਇਸ ਕਰਕੇ ਜੱਟਾਂ ਦਾ ਜੋ ਪ੍ਰਭਾਵ ਸੀ ਖਾਲਸਾ ਦੇ ਵਿੱਚ ਉਹ ਅੱਗੇ ਨਾਲੋਂ ਵੱਧ ਹੋ ਗਿਆ। ਗੁਰੂ ਸਾਹਿਬ ਦਾ ਪਹਾੜੀ ਰਾਜਿਆਂ ਨਾਲ ਯੁੱਧ, ਹੁਣ ਇੱਕ ਇਹ ਵੀ ਇੱਕ ਕਾਰਨ ਬਣਿਆ। ਜਦੋਂ ਖਾਲਸਾ ਦੀ ਸਥਾਪਨਾ ਹੋਈ ਤਾਂ ਜਿਹੜੇ ਪਹਾੜੀ ਰਾਜੇ ਸੀ ਉਹ, ਇੱਕ ਸ਼ੰਕਾ ਉਹਨਾਂ ਦੇ ਮਨ ਵਿੱਚ ਆ ਗਈ। ਉਹਨਾਂ ਨੂੰ ਲੱਗਿਆ ਕਿ ਇਸ ਤਾਕਤ ਦਾ ਇਸਤੇਮਾਲ ਸਾਡੇ 'ਤੇ ਹੀ ਹੋਏਗਾ, ਤਾਂ ਉਹਨਾਂ ਦੇ ਜੋ ਉੱਚ ਮਨਸੂਬੇ ਸੀਗੇ ਉਹਨਾਂ ਕਰਕੇ ਉਹਨਾਂ ਨੇ ਗੁਰੂ ਸਾਹਿਬ ਨਾਲ ਯੁੱਧ ਕੀਤੇ। ਹਾਲਾਂਕਿ ਗੁਰੂ ਸਾਹਿਬ ਦੀ ਇੱਛਾ ਨਹੀਂ ਸੀ, ਲੇਕਿਨ ਉਹਨਾਂ ਦੇ ਬਾਵਜੂਦ ਵੀ ਉਹਨਾਂ ਨੂੰ ਯੁੱਧ ਪਹਾੜੀ ਰਾਜਿਆਂ ਨਾਲ ਕਰਨੇ ਪਏ। ਤਾਂ ਅਗਲੀ ਗੱਲ ਕਰਾਂਗੇ ਸਿੱਖ ਸੰਪਰਦਾ ਦੀ ਆਪਣੀ ਅੱਡ ਅਤੇ ਸੁਤੰਤਰ ਪਹਿਚਾਣ। ਹੁਣ ਖਾਲਸਾ ਦੀ ਸਥਾਪਨਾ ਹੋਣ ਤੋਂ ਬਾਅਦ ਸਿੱਖ ਜਿਹੜੇ ਸੀ ਉਹ ਅਲੱਗ ਸੁਤੰਤਰ ਇੱਕ ਰੂਪ ਦੇ ਵਿੱਚ ਆ ਗਏ। ਖਾਲਸਾ ਦੇ ਸਿਧਾਂਤਾਂ ਅਨੁਸਾਰ ਸਿੱਖਾਂ ਨੂੰ ਕੇਸ਼, ਕੰਘਾ, ਕੜਾ, ਕਛਹਿਰਾ ਅਤੇ ਕਿਰਪਾਨ ਨਾਮੀ 5 ਕੱਕੇ ਦੇ ਵਿਸ਼ੇਸ਼ ਚਿੰਨ੍ਹ ਜਿਹੜੇ ਸੀ ਉਹ ਧਾਰਨ ਕਰਨੇ ਪੈਂਦੇ ਸੀ। ਉਹ ਆਪਦੇ ਨਾਮ ਨਾਲ ਸਿੰਘ ਲਗਾਉਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ, ਔਰ ਵਿਸ਼ੇਸ਼ ਸ਼ਬਦਾਂ ਨਾਲ ਇੱਕ ਦੂਜੇ ਨੂੰ ਸੰਬੋਧਨ ਕਰਨਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਸ ਤਰ੍ਹਾਂ ਨਾਲ ਇੱਕ ਦੂਜੇ ਦਾ ਸਵਾਗਤ ਉਹ ਕਰਦੇ ਸੀ। ਤਾਂ ਹਿੰਦੂਆਂ ਨਾਲੋਂ ਉਹਨਾਂ ਦਾ ਜਿਹੜਾ ਵਖਰੇਵਾਂ ਸੀ ਉਹ ਸ਼ੁਰੂ ਹੋ ਗਿਆ। ਇੱਕ ਮਹੱਤਵ ਇਹ ਹੈ। ਤਾਂ ਸਿੱਖ ਸੰਪਰਦਾ ਵਿੱਚ ਲੋਕਤੰਤਰੀ ਤੱਤਾਂ ਦਾ ਪ੍ਰਚਲਨ ਹੋਣਾ। ਹੁਣ ਅਗਰ ਆਪਾਂ ਗੱਲ ਕਰੀਏ ਡੈਮੋਕ੍ਰੇਸੀ ਦੀ, ਤਾਂ ਇਹ ਜਿਹੜੀ ਬਰਾਬਰੀ ਦਾ ਸਿਲਸਿਲਾ ਹੈ, ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਹੀ ਸ਼ੁਰੂ ਕੀਤਾ ਗਿਆ। ਜਦੋਂ ਉਹਨਾਂ ਨੇ ਖਾਲਸਾ ਸਾਜਿਆ, 5 ਪਿਆਰੇ ਸਾਜੇ ਔਰ ਉਹਨਾਂ ਨੂੰ ਅੰਮ੍ਰਿਤ ਪਾਨ ਕਰਾਇਆ, ਫਿਰ ਉਹਨਾਂ 5 ਪਿਆਰਿਆਂ ਤੋਂ ਖੁਦ ਅੰਮ੍ਰਿਤ ਛਕ ਲਿਆ ਔਰ ਖੁਦ ਸਿੰਘ ਬਣ ਗਏ। ਤਾਂ ਆਪੇ ਗੁਰੂ ਆਪੇ ਚੇਲਾ, ਯਾਨੀ ਕਿ ਉਹਨਾਂ 5 ਪਿਆਰਿਆਂ ਨੂੰ ਬਰਾਬਰੀ ਦਾ ਸਥਾਨ ਉਹਨਾਂ ਨੇ ਦਿੱਤਾ। ਉਹ ਉਹਨਾਂ ਦੇ ਗੁਰੂ ਬਣੇ ਔਰ ਉਹ 5 ਪਿਆਰੇ ਗੁਰੂ ਸਾਹਿਬ ਦੇ ਗੁਰੂ ਬਣੇ। ਤਾਂ ਇਹ ਜਿਹੜਾ ਲੋਕਤੰਤਰੀ ਤੱਤਾਂ ਦਾ ਪ੍ਰਚਲਨ ਹੈ, ਇਹ ਖਾਲਸਾ ਦੇ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ। ਔਰ ਉਹਨਾਂ ਨੇ ਵੈਸੇ ਵੀ ਕਿਹਾ ਕਿ ਜਿੱਥੇ 5 ਖਾਲਸਾ ਹੋਣਗੇ ਉਹਨਾਂ ਦਾ ਫੈਸਲਾ ਜਿਹੜਾ ਹੈ ਉਸ ਦੇ ਵਿੱਚ ਮੈਂ ਸ਼ਾਮਲ ਹੋਵਾਂਗਾ। ਤਾਂ ਫੈਸਲਾ ਲੈਣ ਦਾ ਅਧਿਕਾਰ ਵੀ ਉਹਨਾਂ ਨੇ ਬਰਾਬਰੀ ਨਾਲ ਸਿੱਖਾਂ ਨੂੰ ਦਿੱਤਾ। ਇੱਕ ਹੋਰ ਮਹੱਤਵ ਹੈ ਸਿੱਖਾਂ ਦਾ ਰਾਜਨੀਤਿਕ ਸ਼ਕਤੀ ਦੇ ਤੌਰ 'ਤੇ ਉਥਾਨ ਉਹਨਾਂ ਦਾ ਹੋਣਾ। ਖਾਲਸਾ ਦੀ ਸਾਜਨਾ ਦਾ ਇੱਕ ਮਹੱਤਵਪੂਰਨ ਸਿੱਟਾ ਇਹ ਨਿਕਲਿਆ ਕਿ 18ਵੀਂ ਸਦੀ ਦੇ ਪਿਛਲੇ ਅੱਧ ਵਿੱਚ ਪੰਜਾਬ ਵਿੱਚ ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਉਦੈ ਹੋਇਆ। ਖਾਲਸਾ ਦੇ ਸੰਗਠਨ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਵਿੱਚ ਅਨੋਖੀ ਦਲੇਰੀ, ਬਹਾਦਰੀ, ਨਿਡਰਤਾ, ਹਿੰਮਤ, ਆਤਮ ਬਲੀਦਾਨ ਦੀਆਂ ਜੋ ਇੱਕ ਫੀਲਿੰਗ ਸੀ ਉਹ ਪੈਦਾ ਕਰ ਦਿੱਤੀਆਂ। ਹੁਣ ਇਹਨਾਂ ਭਾਵਨਾਵਾਂ ਨੇ ਸਿੱਖਾਂ ਦੇ ਵਿੱਚ ਜਦੋਂ ਗੁਰੂ ਸਾਹਿਬ ਪੂਰੇ ਹੋ ਗਏ, ਉਸ ਤੋਂ ਬਾਅਦ ਮੁਗਲਾਂ ਔਰ ਪਠਾਣਾਂ ਦੇ ਨਾਲ ਬਹਾਦਰੀ ਨਾਲ ਯੁੱਧ, ਦਲੇਰੀ ਨਾਲ ਉਹਨਾਂ ਦਾ ਸਾਹਮਣਾ ਕਰਨ ਦੀ ਭਾਵਨਾ ਔਰ ਫੀਲਿੰਗ ਪੈਦਾ ਕਰ ਦਿੱਤੀ ਸੀ, ਜੋਸ਼ ਪੈਦਾ ਕਰ ਦਿੱਤਾ ਸੀ। ਹੁਣ ਇਹ ਜਿਹੜੀ ਭਾਵਨਾ ਸੀ ਆਜ਼ਾਦੀ ਪਸੰਦ ਦੀ, ਉਹਨਾਂ ਨੇ ਸਿੱਖਾਂ ਨੂੰ ਛੋਟੇ ਛੋਟੇ ਸੁਤੰਤਰ ਰਾਜ ਬਣਾਉਣ ਲਈ ਪ੍ਰੇਰਿਤ ਕੀਤਾ। ਔਰ ਇਸੇ ਦਾ ਨਤੀਜਾ ਬਾਅਦ ਵਿੱਚ ਆਪਾਂ ਦੇਖਦੇ ਹਾਂ, ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿੱਚ ਸ਼ਕਤੀਸ਼ਾਲੀ ਸਿੱਖ ਸਮਰਾਜ ਦੀ ਸਥਾਪਨਾ ਕੀਤੀ। ਤਾਂ ਇਹਦੀ ਜਿਹੜੀ ਇਹ ਸ਼ੁਰੂਆਤ ਹੈ ਉਹ ਖਾਲਸਾ ਤੋਂ ਹੋਈ ਸੀ।